Hello dear students, welcome back to my YouTube channel. बच्चे today we will discuss about the topic microbes in sewage treatment. So first of all definition देखते हैं. Sewage is a collective noun used to represent municipal waste water, both liquid and solid waste generated in cities and towns. ਕੀ ਕਹਿ ਰਿਹਾ ਕਹਿੰਦੇ ਸੀਵੇਜ ਕੀ ਆ ਇੱਕ ਮਿਊਨਿਸਪਲ ਵੇਸਟ ਆ ਜਿਹੜੇ ਕਿ ਸਿਟੀਜ਼ ਜਾਂ ਟਾਊਨਸ ਦੇ ਵਿੱਚ ਪਤਾ ਹੀ ਆ ਵੇਸਟ ਹੁੰਦੇ ਆ ਹੈ ਨਾ ਤਾਂ ਉਹ ਜਿਹੜੇ ਆ ਲਿਕੁਇਡ ਜਾਂ ਸੋਲਿਡ ਦੋਨੋਂ ਹੀ ਫਾਰਮ ਦੇ ਵਿੱਚ ਹੋ ਸਕਦੇ ਆ ਦੈਟ ਇਜ਼ ਕਾਲਡ ਐਜ਼ ਸੀਵੇਜ. ਨੈਕਸਟ ਆ ਜੋ ਸੀਵੇਜ ਕੰਪੋਜੀਸ਼ਨ. The sewage consists of approximately 99% water and 1% solid waste including inorganic and organic matter. ਕਹਿੰਦੇ ਜਿਹੜੇ 99% ਜਿਹੜਾ ਸੀਵੇਜ ਦੇ ਵਿੱਚ 99% ਵਾਟਰ ਅਤੇ 1% ਜਿਹੜਾ ਸੋਲਿਡ ਵੇਸਟ ਆ ਠੀਕ ਹੈ ਚਾਹੇ ਉਹ ਔਰਗੈਨਿਕ ਹੋਵੇ ਚਾਹੇ ਉਹ ਇਨਔਰਗੈਨਿਕ ਸੋਲਿਡ ਵੇਸਟ ਹੋਵੇ ਬਟ 1% ਸੋਲਿਡ ਵੇਸਟ ਅਤੇ 99% ਵਾਟਰ ਜਿਹੜਾ ਆ ਪ੍ਰੈਜੈਂਟ ਹੁੰਦਾ ਆ. ਉਸ ਤੋਂ ਬਾਅਦ ਜਿਹੜੇ ਮਾਈਕਰੋ ਆਰਗੈਨਿਜ਼ਮਸ ਆ ਉਹ ਜਿਹੜੇ ਸੀਵੇਜ ਦੇ ਵਿੱਚ ਕਿਹੜੇ ਕਿਹੜੇ ਮਾਈਕਰੋ ਆਰਗੈਨਿਜ਼ਮਸ ਆ ਜਿਹੜੇ ਕਿ ਪ੍ਰੈਜੈਂਟ ਹੁੰਦੇ ਆ ਉਹ ਬੈਕਟੀਰੀਆ ਹੋ ਗਏ ਹੈ ਨਾ ਮਾਈਕਰੋਫੰਜਾਈ ਪ੍ਰੋਟੋਜ਼ੋਆ ਮਾਈਕਰੋਐਲਗੀ ਇਹ ਸਭ ਮਾਈਕਰੋ ਆਰਗੈਨਿਜ਼ਮਸ ਕੀ ਆ ਸੀਵੇਜ ਵੇਸਟ ਦੇ ਵਿੱਚ ਪ੍ਰੈਜੈਂਟ ਹੁੰਦੇ ਆ. ਠੀਕ ਅੱਗੇ ਆ ਜੋ ਹਾਰਮਫੁਲ ਇਫੈਕਟਸ ਆਫ ਸੀਵੇਜ. ਫਸਟ ਪੁਆਇੰਟ ਇਟ ਰਿਜ਼ਲਟਸ ਇਨ ਡਿਸੈਮੀਨੇਸ਼ਨ ਆਫ ਵਾਟਰ ਬੋਰਨ ਡਿਸੀਜ਼ਿਜ਼ ਕਾਜ਼ਡ ਬਾय ਮਾਈਕਰੋ ਆਰਗੈਨਿਜ਼ਮਸ. ਮਤਲਬ ਜਿਹੜੇ ਵਾਟਰ ਬੋਰਨ ਡਿਸੀਜ਼ਿਜ਼ ਜਿਹੜੇ ਹੁੰਦੇ ਆ ਹੈ ਨਾ ਮਾਈਕਰੋ ਆਰਗੈਨਿਜ਼ਮਸ ਜਿਹੜੇ ਕਾਜ਼ ਕਰਦੇ ਆ ਵਾਟਰ ਬੋਰਨ ਡਿਸੀਜ਼ ਉਹ ਵੀ ਜਿਹੜੇ ਆ ਇਹਨਾਂ ਕਰਕੇ ਉਹ ਵੀ ਹੋ ਜਾਂਦੇ ਆ ਵਾਟਰ ਬੋਰਨ ਡਿਸੀਜ਼ ਠੀਕ ਹੈ ਡਿਊ ਟੂ ਮਾਈਕਰੋ ਆਰਗੈਨਿਜ਼ਮਸ. ਸੈਕੰਡ ਪੁਆਇੰਟ ਇਟ ਮੇ ਕਾਜ਼ ਡਿਪਲੀਸ਼ਨ ਆਫ ਡਿਜ਼ੋਲਵਡ ਆਕਸੀਜਨ ਇਨ ਵਾਟਰ. रिडक्शन इन ऑक्सीजन अवेलेबिलिटी में किल एरबिक एक्वेटिक ऑर्गेनिजम्स. की कह रहा कि ये जिहड़ा आ सीवेज जिहड़ी आ ये सीवेज वेस्ट की करदी आ वाटर दे विच ऑक्सीजन दी रिडक्शन कर दिंदी है ना ते जिहड़ी जे इहने वाटर दे विच ऑक्सीजन दी रिडक्शन कर दित्ती मतलब जिहड़े एरबिक एक्वेटिक ऑर्गेनिजम्स एरबिक मतलब जिन्हां नूं ऑक्सीजन दी ज़रूरत हुंदी है ना तो ਜਿਹੜੇ ਐਰਬਿਕ ਐਕੁਐਟਿਕ ਔਰਗੈਨਿਜ਼ਮਸ ਆ ਉਹਨਾਂ ਦੀ ਵੀ ਮਤਲਬ ਅਵੇਲੇਬਿਲਿਟੀ ਜਿਹੜੀ ਆਕਸੀਜਨ ਦੀ ਉਹਨਾਂ ਦੇ ਵਿੱਚ ਵੀ ਰਿਡਕਸ਼ਨ ਆ ਜਾਂਦੀ ਹੈ ਠੀਕ ਹੈ. ਉਸ ਤੋਂ ਬਾਅਦ ਥਰਡ ਪੁਆਇੰਟ ਅਨਟ੍ਰੀਟਡ ਸੀਵੇਜ ਪ੍ਰੋਡਕਟਸ ਆਫੈਂਸਿਵ ਓਡਰ. ਜਿਹੜੇ ਅਨਟ੍ਰੀਟਡ ਸੀਵੇਜ ਹੁੰਦੇ ਆ ਪ੍ਰੋਡਕਟਸ ਹੁੰਦੇ ਆ ਉਹਨਾਂ ਦੇ ਵਿੱਚ ਪਤਾ ਹੀ ਹੈ ਉਹ ਕੀ ਪ੍ਰੋਡਿਊਸ ਕਰਦੇ ਆ ऑफेंसिव ओडोर गंदी जी स्मैल ठीक है. अगे आ जो बायोलॉजिकल ऑक्सीजन डिमांड BOD 2 मार्क ਦੇ ਵਿੱਚ इंपॉर्टेंट क्वेश्चन आ ਜਾਂਦਾ ਹੁੰਦਾ ਆ. सो सब तो पहला देखते हैं कि क्या बायोलॉजिकल ऑक्सीजन डिमांड represent the amount of dissolved oxygen that would be consumed if all the organic matter in 1 liter of water were oxidized by microorganisms. मतलब कि बायोलॉजिकल ऑक्सीजन डिमांड की आ ये कि रिप्रजेंट करता आ वाटर दे विच किन्नी ऑक्सीजन डिजोल्वड आ ठीक है वाटर ਦੇ ਵਿੱਚ ਕਿੰਨੀ ਆਕਸੀਜਨ ਡਿਜ਼ੋਲਵਡ ਆ ਔਰ ਕਿੰਨੀ ਅਮਾਊਂਟ ਜਿਹੜੀ ਆਕਸੀਜਨ ਦੀ ਆ ਉਹ ਮਾਈਕਰੋ ਆਰਗੈਨਿਜ਼ਮਸ ਦੇ ਦੁਆਰਾ ऑब्टेन मतलब ਲਈ ਗਈ ਆ ਠੀਕ ਹੈ दैट इज़ कॉल्ड एज बायोलॉजिकल ऑक्सीजन डिमांड. ਹੁਣ ਆ ਜਾਓ ਨੈਕਸਟ ਪੈਰਾਗ੍ਰਾਫ ਦੇ ਵਿੱਚ ਵੈਨ ਐਵਰ ਅਨਟ੍ਰੀਟਡ ਸੀਵੇਜ ਆਰ ਡਿਸਪੋਜ਼ਡ ਇਨਟੂ ਨੈਚੁਰਲ ਵਾਟਰ ਸਚ ਐਜ਼ ਸਟ੍ਰੀਮਸ ਪੌਂਡਸ ਲੇਕਸ ਐਕਸੈਟਰਾ ਦੀ ਨੋਰਮਲ ਅਮਾਊਂਟ ਆਫ ਡਿਜ਼ੋਲਵਡ ਆਕਸੀਜਨ ਪ੍ਰੈਜ਼ੈਂਟ ਇਨ ਵਾਟਰ ਗੈਟ ਕੁਇਕਲੀ ਯੂਟੀਲਾਈਜ਼ਡ ਬਾਏ ਮਾਈਕਰੋ ਆਰਗੈਨਿਜ਼ਮਸ. ਕੀ ਕਹਿ ਰਿਹਾ ਕਿ ਜਦੋਂ ਜਿਹੜੇ ਸੀਵੇਜ ਆ ਉਹਨੂੰ ਆਪਾਂ ਡਿਸਪੋਜ਼ ਕਰ ਦਿੰਦੇ ਆ ਵਾਟਰ ਦੇ ਵਿੱਚ ਸਟ੍ਰੀਮਸ ਦੇ ਵਿੱਚ ਜਾਂ ਲੇਕਸ ਦੇ ਵਿੱਚ ਤਾਂ ਉਦੋਂ ਜਿਹੜੀ ਆਕਸੀਜਨ ਦੀ ਡਿਮਾਂਡ ਪ੍ਰੈਜ਼ੈਂਟ ਹੁੰਦੀ ਆ ਵਾਟਰ ਦੇ ਵਿੱਚ ਉਹ ਮਾਈਕਰੋ ਆਰਗੈਨਿਜ਼ਮਸ ਦੇ ਦੁਆਰਾ ਯੂਟੀਲਾਈਜ਼ ਕਰ ਲਈ ਜਾਂਦੀ ਹੈ ਠੀਕ ਹੈ. ਜਦੋਂ ਆਪਾਂ ਸੀਵੇਜ ਵਗੈਰਾ ਵਾਟਰ ਵਗੈਰਾ ਦੇ ਵਿੱਚ ਤਾਂ ਸੀਵੇਜ ਵਗੈਰਾ ਆਪਾਂ ਡਿਸਪੋਜ਼ ਕਰ ਦਿੱਤਾ ਤਾਂ ਫਿਰ ਉਦੋਂ ਜਿਹੜੀ ਆ ਪੌਂਡਸ ਵਗੈਰਾ ਦੇ ਵਿੱਚ ਮਾਈਕਰੋ ਆਰਗੈਨਿਜ਼ਮਸ ਰਹਿੰਦੇ ਆ ਉਸ ਟਾਈਮ ਜਿਹੜੀ ਆ ਮਾਈਕਰੋ ਆਰਗੈਨਿਜ਼ਮਸ ਦੀ ਡਿਮਾਂਡ ਆਕਸੀਜਨ ਦੀ ਵੱਧ ਜਾਂਦੀ ਆ ਠੀਕ ਹੈ. ਸੋ ਦਾ ਆਕਸੀਜਨ ਡਿਮਾਂਡ ਫॉर ਆਕਸੀਡੇਸ਼ਨ ਆਫ ਆਰਗੈਨਿਕ ਮੈਟਰ ਪ੍ਰੈਜ਼ੈਂਟ ਇਨ ਸੀਵੇਜ ਉਹੀ ਗੱਲ ਮੈਂ ਦੱਸਦੀ ਕਿ ਜੇ ਆਪਾਂ ਸੀਵੇਜ ਵਗੈਰਾ ਪੌਂਡਸ ਜਾਂ ਲੇਕਸ ਦੇ ਵਿੱਚ ਪਾ ਦਿੰਦੇ ਆ ਤਾਂ ਜਦੋਂ ਉਹ ਆਕਸੀਜਨ ਦੀ ਡਿਮਾਂਡ ਜਿਹੜੀ ਐਕੁਐਟਿਕ ਆਰਗੈਨਿਜ਼ਮਸ ਦੇ ਲਈ ਆ ਉਹ ਸੀਵੇਜ ਪਾਉਣ ਦੇ ਨਾਲ ਉਹਦੀ ਆਕਸੀਜਨ ਦੀ ਡਿਮਾਂਡ ਵੱਧ ਜਾਂਦੀ ਆ. ਨੈਕਸਟ ਲਾਈਨ ਦੇ ਵਿੱਚ ਲਿਖਿਆ ਵੀ ਹੈ ਕਿ ਜਿਹੜੀ ਹਾਈ ਵੈਲਿਊ ਆਫ BOD ਮੀਨਸ ਵਾਟਰ ਇਜ਼ ਹਾਈਲੀ ਪੋਲਿਊਟਡ ਬਾਈ ਆਰਗੈਨਿਕ ਮੈਟਰ ਐਂਡ ਲੋ ਵੈਲਿਊ ਆਫ BOD ਮੀਨਸ ਵਾਟਰ ਇਜ਼ ਈਦਰ नॉर्मल या लैस पॉल्यूटेड बाय ऑर्गेनिक मैटर. मतलब ਕਹਿੰਦੇ ਕਿ ਜੇ ਮਤਲਬ ਵੈਲਿਊ BOD ਦੀ ਵੈਲਿਊ ਜ਼ਿਆਦਾ ਆ ਇਹਦਾ ਮਤਲਬ ਇਹ ਆ ਕਿ ਜਿਹੜਾ ਵਾਟਰ ਆ ਉਹ ਆਰਗੈਨਿਕ ਮੈਟਰ ਦੇ ਨਾਲ ਜ਼ਿਆਦਾ ਪੋਲਿਊਟ ਹੋਇਆ ਆ. ਜ਼ਿਆਦਾ ਪੋਲਿਊਟ ਹੋਇਆ ਇਹਦਾ ਮਤਲਬ ਜਿਹੜੇ ਐਕੁਐਟਿਕ ਆਰਗੈਨਿਜ਼ਮਸ ਆ ਉਹਨਾਂ ਦੀ ਡਿਮਾਂਡ ਜਿਹੜੀ ਆ ਆਕਸੀਜਨ ਦੀ ਜ਼ਿਆਦਾ ਹੋ ਗਈ ਹੈ ਕਿਉਂਕਿ ਉਹ ਜ਼ਿਆਦਾ ਪੋਲਿਊਟਡ ਆ. ਅਗਰ ਕਹਿੰਦੇ ਵਾਟਰ ਦੇ ਵਿੱਚ ਸੀਵੇਜ ਦੀ ਅਮਾਊਂਟ ਘੱਟ ਆ ਠੀਕ ਆ ਇਹਦਾ ਮਤਲਬ ਜਿਹੜੀ ਆ ਉਹਦੀ ਆਕਸੀਜਨ ਦੀ ਡਿਮਾਂਡ ਵੀ ਘੱਟ ਹੋ ਜਾਏਗੀ ਕਿਉਂਕਿ ਮਾਈਕਰੋ ਆਰਗੈਨਿਜ਼ਮਸ ਦੇ ਥਰੂ ਜਿਹੜੀ ਆ ਆਕਸੀਜਨ ਘੱਟ ਯੂਟੀਲਾਈਜ਼ ਹੋ ਰਹੀ ਆ. ਕਲੀਅਰ
पता लग गया BOD की आ बायोलॉजिकल ऑक्सीजन डिमांड, मतलब कि वाटर ਦੇ ਵਿੱਚ ਸੀਵੇਜ जिन्ना ज़्यादा ਆਪਾਂ ਸੀਵੇਜ ਡਿਸਪੋਜ਼ ਕਰਾਂਗੇ ਉਨੀ ਹੀ ज़्यादा ਆਕਸੀਜਨ ਦੀ ਡਿਮਾਂਡ ਮਾਈਕਰੋ ਆਰਗੈਨਿਜ਼ਮਸ ਦੇ ਲਈ ਵਧੇਗੀ ਤੇ ਉਨੀ ਹੀ ਜਿਹੜੀ ਆਪਾਂ ਨੂੰ ਹਾਈ BOD ਚਾਹੀਦੀ ਆ। ਤੇ ਜਿੰਨਾ ਆਪਾਂ ਵਾਟਰ ਨੂੰ ਘੱਟ ਪੋਲਿਊਟ ਕਰਾਂਗੇ ਉਨੀ ਹੀ ਜਿਹੜੀ ਮਾਈਕਰੋ ਆਰਗੈਨਿਜ਼ਮਸ ਦੇ ਦੁਆਰਾ ਜਿਹੜੀ ਅਮਾਊਂਟ ਆਕਸੀਜਨ ਦੀ ਉਹ ਘੱਟ ਲਈ ਜਾਏਗੀ ਤੇ ਉਨੀ ਹੀ ਘੱਟ ਜਿਹੜੇ ਆ ਵਾਟਰ ਪੋਲਿਊਟ ਹੋਣਗੇ। ਕਲੀਅਰ। ਤਾਂ ਬੇਸਿਕਲੀ ਬਾਇਓਲੋਜੀਕਲ ਆਕਸੀਜਨ ਡਿਮਾਂਡ ਕੀ ਆ, ਇਹ ਵਾਟਰ ਦੇ ਵਿੱਚ ਕਿੰਨੀ ਜ਼ਿਆਦਾ ਆਕਸੀਜਨ ਦੀ ਡਿਮਾਂਡ ਡਿਜ਼ੋਲਵ ਹੋਈ ਆ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਆ ਤੇ ਕਿੰਨੀ ਕੰਜ਼ਿਊਮ ਕੀਤੀ ਗਈ ਆ ਐਕੁਆਟਿਕ ਆਰਗੈਨਿਜ਼ਮ ਦੇ ਦੁਆਰਾ ਉਸ ਚੀਜ਼ ਨੂੰ ਵੀ ਰਿਪਰੈਜ਼ੈਂਟ ਕਰਦਾ। ਕਲੀਅਰ। ਦੈਟ ਇਜ਼ ਕਾਲਡ ਐਜ਼ BOD ਬਾਇਓਲੋਜੀਕਲ ਆਕਸੀਜਨ ਡਿਮਾਂਡ 2 ਮਾਰਕ ਦੇ ਵਿੱਚ ਇੰਪੋਰਟੈਂਟ ਡੈਫੀਨੇਸ਼ਨ ਆ। ਠੀਕ ਹੈ ਜੀ। ਪ੍ਰਾਇਮਰੀ ਟ੍ਰੀਟਮੈਂਟ ਕੀ ਆ, ਦੀ ਪ੍ਰੋਸੈਸ ਜਨਰਲੀ ਯੂਟੀਲਾਈਜ਼ਸ ਮਕੈਨੀਕਲ ਇਕੁਇਪਮੈਂਟ। ਠੀਕ ਆ, ਇਹ ਕੀ ਹੈ, ਇੱਕ ਮਕੈਨੀਕਲ ਪ੍ਰੋਸੈਸ ਆ। ਹੁਣ ਇਹਦੇ ਵਿੱਚ ਕੀ ਹੁੰਦਾ ਆ ਪ੍ਰਾਇਮਰੀ ਟ੍ਰੀਟਮੈਂਟ ਦੇ ਵਿੱਚ, ਇਹਦੇ ਵਿੱਚ ਲਾਰਜਰ ਪਾਰਟੀਕਲਸ ਜਿਹੜੇ ਆ ਸੋਲਿਡ ਪਾਰਟੀਕਲਸ, ਲਾਰਜਰ ਪਾਰਟੀਕਲਸ ਉਹ ਰਿਮੂਵ ਕੀਤੇ ਜਾਂਦੇ ਆ। ਠੀਕ ਹੈ, ਕਿੱਦਾਂ ਕੀਤੇ ਜਾਂਦੇ ਆ, ਥਰੂ ਦੀ ਸੈਡੀਮੈਂਟੇਸ਼ਨ ਟੈਂਕ। ਠੀਕ ਆ, ਜਾਂ ਫਿਲਟਰੇਸ਼ਨ ਟੈਂਕ, ਮਤਲਬ ਇਹਦੇ ਵਿੱਚ ਟੈਂਕ ਦੇ ਹੈਲਪ ਦੇ ਨਾਲ ਜਿਹੜੇ ਲਾਰਜਰ ਪਾਰਟੀਕਲਸ ਆ ਸੋਲਿਡਸ ਪਾਰਟੀਕਲਸ ਆ ਉਹਨਾਂ ਨੂੰ ਰਿਮੂਵ ਕੀਤਾ ਜਾਂਦਾ ਆ। ਠੀਕ ਹੈ ਜੀ। ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ, ਸਭ ਤੋਂ ਪਹਿਲਾਂ ਰॉ ਸੀਵੇਜ ਆ। ਠੀਕ ਹੈ, ਰॉ ਸੀਵੇਜ ਤੋਂ ਬਾਅਦ ਦੇਖੋ ਉਹਦੀ ਜਿਹੜੀ ਰॉ ਸੀਵੇਜ ਆ ਉਹਦੇ ਫਿਲਟਰੇਸ਼ਨ ਕੀਤੀ ਗਈ ਹੈ ਐਂਡ ਸੈਡੀਮੈਂਟੇਸ਼ਨ ਕੀਤੀ ਗਈ ਹੈ। ਠੀਕ ਹੈ, ਮਤਲਬ ਸੋਲਿਡ ਪਾਰਟੀਕਲਸ ਨੂੰ ਫਿਲਟਰੇਸ਼ਨ ਟੈਂਕ ਦੇ ਦੁਆਰਾ ਉਹਨੂੰ ਰਿਮੂਵ ਕੀਤਾ ਗਿਆ। ਉਸ ਤੋਂ ਬਾਅਦ ਪ੍ਰਾਇਮਰੀ ਸੈਟਿੰਗ ਦੇ ਵਿੱਚ ਹੁਣ ਦੇਖੋ ਇੱਕ ਪ੍ਰਾਇਮਰੀ ਸਲੱਜ ਆ ਤੇ ਸੋਲਿਡ ਸੋਇਲ ਪਲੱਸ ਗ੍ਰਿਟ ਮਤਲਬ ਸੋਇਲ ਤੇ ਸਮੋਲ ਪੈਬਲਸ। ਹੁਣ ਜਿਹੜੇ ਤਾਂ ਪ੍ਰਾਇਮਰੀ ਸਲੱਜ ਮਤਲਬ ਜਿਹੜੇ ਸੋਲਿਡ ਪਾਰਟੀਕਲਸ ਆ। ਠੀਕ ਆ, ਉਹਦੀ ਕੀ ਹੋ ਜਾਂਦੀ ਹੈ, ਕੰਪੋਸਟਿੰਗ ਹੋ ਜਾਂਦੀ ਹੈ, ਮਤਲਬ ਉਹ ਨੀਚੇ ਕੀ ਆ ਲੈਂਡ 'ਤੇ ਸੈਟਲ ਡਾਊਨ ਹੋ ਜਾਂਦੇ ਆ। ਅਤੇ ਜਿਹੜੇ ਸੋਇਲ ਵਗੈਰਾ ਜਿਹੜੇ ਛੋਟੇ ਪਾਰਟੀਕਲਸ ਰਹਿ ਗਏ, ਸਮੋਲ ਪਾਰਟੀਕਲਸ ਰਹਿ ਗਏ, ਲਾਈਕ ਸੋਇਲ ਰਹਿ ਗਈ ਜਾਂ ਸਮੋਲ ਪੈਬਲਸ ਰਹਿ ਗਏ, ਉਹ ਕੀ ਆ ਉਸ ਐਫਲੂਐਂਟ ਨੂੰ ਕੀ ਕੀਤਾ ਜਾਂਦਾ ਆ, ਫਿਰ ਦੁਬਾਰਾ ਸੈਕੰਡਰੀ ਸੈਟਿੰਗ ਦੇ ਲਈ ਯੂਜ਼ ਕੀਤਾ ਜਾਂਦਾ ਆ। ਸਮਝੇ, ਮਤਲਬ ਕਿ ਰॉ ਮਟੀਰੀਅਲ ਆ ਉਹ ਕੀ ਕਰੇਗਾ, ਫਿਲਟਰੇਸ਼ਨ ਟੈਂਕ ਦੇ ਨਾਲ ਜਿਹੜੇ ਲਾਰਜਰ ਪਾਰਟੀਕਲਸ ਆ ਉਹਨੂੰ ਰਿਮੂਵ ਕਰ ਦੇਗਾ। ਠੀਕ ਹੈ, ਉਸ ਤੋਂ ਬਾਅਦ ਪ੍ਰਾਇਮਰੀ ਸੈਟਿੰਗ ਹੋਈ, ਮਤਲਬ ਉਹਦੇ ਵਿੱਚ ਜਿਹੜੇ ਪ੍ਰਾਇਮਰੀ ਸਲੱਜ ਆ ਮਤਲਬ ਲਾਰਜਰ ਪਾਰਟੀਕਲਸ ਆ ਸੋਲਿਡ ਪਾਰਟੀਕਲਸ ਆ ਉਹ ਕੀ ਹੋ ਗਈ, ਨੀਚੇ ਲੈਂਡ ਦੇ ਵਿੱਚ ਸੈਟਲ ਡਾਊਨ ਹੋ ਗਈ। ਠੀਕ ਆ, ਉਹਦੀ ਕੰਪੋਸਟਿੰਗ ਹੋ ਗਈ। ਔਰ ਜਿਹੜੇ ਛੋਟੇ ਵਾਲੇ ਪਾਰਟੀਕਲਸ ਆ ਉਸ ਐਫਲੂਐਂਟ ਨੂੰ ਕੀ ਕੀਤਾ ਗਿਆ, ਦੁਬਾਰਾ ਜਿਹੜਾ ਹੈ ਸੈਕੰਡਰੀ ਸੈਟਿੰਗ ਦੇ ਲਈ ਭੇਜ ਦਿੱਤਾ ਗਿਆ ਤਾਂ ਕਿ ਉਹ ਜਿਹੜੇ ਛੋਟੇ ਪਾਰਟੀਕਲਸ ਆ ਉਹ ਹੁਣ ਕਿੱਥੇ ਜਾ ਕੇ ਰਿਮੂਵ ਹੋਣਗੇ, ਸੈਕੰਡਰੀ ਸੈਟਿੰਗ ਦੇ ਵਿੱਚ ਜਾ ਕੇ। ਠੀਕ, ਹੁਣ ਸੈਕੰਡਰੀ ਟ੍ਰੀਟਮੈਂਟ ਕੀ ਆ, ਇਹ ਯੂਜ਼ ਕਰਦਾ ਹੈ ਬਾਇਓਲੋਜੀਕਲ ਪ੍ਰੋਸੈਸ। ਠੀਕ ਆ, ਪ੍ਰਾਇਮਰੀ ਕੀ ਸੀ, ਮਕੈਨੀਕਲ ਪ੍ਰੋਸੈਸ ਸੀ, ਬਟ ਹੁਣ ਸੈਕੰਡਰੀ ਟ੍ਰੀਟਮੈਂਟ ਕੀ ਆ, ਇੱਕ ਬਾਇਓਲੋਜੀਕਲ ਪ੍ਰੋਸੈਸ ਆ। ਇਹਦੇ ਵਿੱਚ ਕੀ ਹੋਏਗਾ, ਸੈਕੰਡਰੀ ਵੇਸਟ ਵਾਟਰ ਟ੍ਰੀਟਮੈਂਟ ਦੇ ਵਿੱਚ ਕੀ ਹੋਏਗਾ, ਜਿਹੜੇ ਸਮੋਲਰ ਪਾਰਟੀਕਲਸ ਆ ਉਹ ਰਿਮੂਵ ਕੀਤੇ ਜਾਣਗੇ। ਠੀਕ ਹੈ, ਅਤੇ ਇਹ ਪ੍ਰੋਸੈਸ ਕੀ ਆ, ਸਲੋ ਹੁੰਦੀ ਆ। ਹੁਣ ਜਿਹੜੇ ਸੈਕੰਡਰੀ ਟ੍ਰੀਟਮੈਂਟ ਆ ਇਹ ਹੁਣ ਜਿਹੜੇ ਇਹ ਐਫਲੂਐਂਟ ਸੀ ਇਹਨਾਂ ਨੇ ਮਤਲਬ ਇਹਨਾਂ ਦੇ ਜਿਹੜੀ ਆ ਇਹਨਾਂ ਨੂੰ ਏਰੇਸ਼ਨ ਟੈਂਕ ਅਤੇ ਸੈਟਿੰਗ ਟੈਂਕ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਠੀਕ ਆ, ਉਸ ਤੋਂ ਬਾਅਦ ਜਦੋਂ ਟੈਂਕ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਅਤੇ ਇਹਨਾਂ ਦੀ ਸੈਕੰਡਰੀ ਸੈਟਿੰਗ ਸਟਾਰਟ ਹੋ ਗਈ। ਸੈਕੰਡਰੀ ਸੈਟਿੰਗ ਦੇ ਵਿੱਚ ਕੀ ਆ, ਜਿਹੜੇ ਐਰਬਿਕ ਮਾਈਕਰੋਬਸ ਆ ਉਹ ਗਰੋ ਕਰਨੇ ਸਟਾਰਟ ਹੋ ਗਏ। ਠੀਕ ਆ, ਜਦੋਂ ਏਰੇਸ਼ਨ ਟੈਂਕ ਦੇ ਵਿੱਚੋਂ ਪਾਸ ਕੀਤਾ ਗਿਆ ਤਾਂ ਜਿਹੜੇ ਮਾਈਕਰੋਬਸ ਆ ਐਰਬਿਕ ਮਾਈਕਰੋਬਸ ਉਹ ਗਰੋ ਕਰਨ ਲੱਗ ਪਏ। ਜਦੋਂ ਉਹਨਾਂ ਨੇ ਗਰੋ ਕੀਤਾ ਤਾਂ ਉਸ ਤੋਂ ਬਾਅਦ ਉਹ ਜਿਹੜੇ ਮਾਈਕਰੋਬਸ ਸੀ ਇਹਨਾਂ ਨੇ ਔਰਗੈਨਿਕ ਮੈਟਰ ਨੂੰ ਕੰਜ਼ਿਊਮ ਕਰਨਾ ਸਟਾਰਟ ਕਰ ਦੇਣਾ। ਠੀਕ ਹੈ, ਮਤਲਬ ਕਿ ਜਿਹੜੇ ਵੀ ਫੂਡਸ ਵਗੈਰਾ ਜਾਂ ਜੋ ਵੀ ਵੇਸਟ ਸੀਗੇ, ਜੋ ਸਮੋਲ ਪਾਰਟੀਕਲਸ ਸੀਗੇ, ਉਹ ਹੀ ਮਤਲਬ ਕਿ ਜਿਹੜੇ ਔਰਗੈਨਿਕ ਮੈਟਰਸ ਆ ਉਹਨਾਂ ਨੂੰ ਉਹ ਜਿਹੜੇ ਐਰਬਿਕ ਮਾਈਕਰੋਬਸ ਆ ਇਹਨਾਂ ਨੇ ਕੀ ਕਰਨਾ ਆ, ਆਕਸੀਡਾਈਜ਼ ਕਰਨਾ ਸਟਾਰਟ ਕਰ ਦੇਣਾ, ਕੰਜ਼ਿਊਮ ਕਰਨਾ ਸਟਾਰਟ ਕਰ ਦੇਣਾ ਆ। ਠੀਕ ਹੈ ਜੀ, ਜਦੋਂ ਕੰਜ਼ਿਊਮ ਜਿਹੜੇ ਇਹ ਐਰਬਿਕ ਮਾਈਕਰੋਬਸ ਸੀਗੇ, ਠੀਕ ਆ, ਇਹਨਾਂ ਨੇ ਕੀ ਕੀਤਾ, ਜਿਹੜੇ ਆਪਣੇ ਔਰਗੈਨਿਕ ਮੈਟਰ ਇਹਨਾਂ ਨੂੰ ਕੰਜ਼ਿਊਮ ਕਰ ਲਿਆ। ਜਦੋਂ ਇਹਨਾਂ ਦੀ ਕੰਜ਼ਪਸ਼ਨ ਕਰ ਲਈ ਤਾਂ BOD ਦੀ ਡਿਮਾਂਡ ਕਿਹੜੀ ਆ, ਘੱਟ ਗਈ। ਠੀਕ ਆ, ਹੁਣ BOD ਦੀ ਡਿਮਾਂਡ ਘਟਣ ਦੇ ਨਾਲ ਜਿਹੜੇ ਐਫਲੂਐਂਟ ਆ ਇਹਨਾਂ ਨੂੰ ਦੁਬਾਰਾ ਤੋਂ ਸੈਡੀਮੈਂਟੇਸ਼ਨ ਟੈਂਕ ਦੇ ਵਿੱਚ ਭੇਜਿਆ ਗਿਆ। ਠੀਕ ਹੈ, ਟਰਾਂਸਫਰ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜੇ ਮਾਈਕਰੋਬਸ ਸੀਗੇ ਉਹ ਨੀਚੇ ਸੈਟਲ ਡਾਊਨ ਹੋ ਗਏ। ਠੀਕ ਆ, ਹੁਣ ਜਿਹੜੇ ਇਹ ਸੈਟਲਡ ਮਟੀਰੀਅਲ ਸੀ ਇਹਨਾਂ ਨੂੰ ਨਾ ਦਿੱਤਾ ਗਿਆ ਐਕਟੀਵੇਟਡ ਸਲੱਜ ਦਾ, ਮਤਲਬ ਕਿ ਜਿਹੜੇ ਮਾਈਕਰੋਬਸ ਨੇ ਕੰਜ਼ਿਊਮ ਕਰ ਲਏ ਆਪਣੇ ਔਰਗੈਨਿਕ ਮੈਟਰ, ਉਸ ਤੋਂ ਬਾਅਦ ਜਿਹੜਾ ਆ ਉਹਨਾਂ ਨੂੰ ਉਹ ਜਿਹੜੇ ਆ ਸੈਟਲ ਡਾਊਨ ਹੋ ਗਏ ਨੀਚੇ। ਹੁਣ ਉਹ ਜਿਹੜੇ ਸੈਟਲ ਡਾਊਨ ਹੋਏ ਉਹਨਾਂ ਨੂੰ ਨਾਮ ਇਹਨਾਂ ਨੇ ਕੀ ਦਿੱਤਾ,
ਐਕਟੀਵੇਟਿਡ ਸਲਜ। ਠੀਕ ਹੈ ਜੀ, ਨਾਮ ਕੀ ਆ ਗਿਆ ਉਹਨਾਂ ਦਾ, ਐਕਟੀਵੇਟਿਡ ਸਲਜ। ਜਿਹੜੇ ਨੀਚੇ ਮਾਈਕਰੋਬਸ ਸੈਟਲ ਡਾਊਨ ਹੋ ਗਏ ਦੈਟ ਇਜ਼ ਐਕਟੀਵੇਟਿਡ ਸਲਜ ਦੇ ਵਿੱਚ ਆ ਗਏ। ਠੀਕ ਹੈ, ਹੁਣ ਉਸ ਤੋਂ ਬਾਅਦ ਜਿਹੜੇ ਐਕਟੀਵੇਟਿਡ ਸਲਜ ਆ ਉਹਨਾਂ ਨੂੰ ਕਲੈਕਟ ਕੀਤਾ ਗਿਆ ਅਤੇ ਇੱਕ ਸੈਪਰੇਟ ਟੈਂਕ ਦੇ ਵਿੱਚ ਭੇਜਿਆ ਗਿਆ। ਉਹਨਾਂ ਸੈਪਰੇਟ ਟੈਂਕ ਦਾ ਨਾਮ ਕੀ ਆ, ਐਨਾਰੋਬਿਕ ਸਲਜ ਡਾਈਜੈਸਟਰ। ਠੀਕ ਹੈ, ਇਸ ਟੈਂਕ ਦੇ ਵਿੱਚ ਕੀ ਆ, ਇਹ ਕੀ ਆ, ਆਕਸੀਜਨ ਫ੍ਰੀ ਟੈਂਕ ਆ। ਠੀਕ ਆ, ਇਹਦੇ ਵਿੱਚ ਮਾਈਕਰੋ ਆਰਗੈਨਿਜ਼ਮਸ ਕੀ ਆ, ਬੈਕਟੀਰੀਆ ਜਾਂ ਫੰਜਾਈ, ਜਿਹੜੇ ਸਲਜ ਦੇ ਵਿੱਚ ਬੈਕਟੀਰੀਆ ਜਾਂ ਫੰਜਾਈ ਆ, ਜਿਹੜੇ ਵੀ ਮਾਈਕਰੋਬ ਸੈਟਲ ਡਾਊਨ ਹੋਏ ਸੀਗੇ ਉਹਨਾਂ ਨੂੰ ਕੀ ਕਰਨਗੇ, ਕੰਜ਼ਿਊਮ ਕਰਨਗੇ। ਠੀਕ ਹੈ, ਸੋ ਇਹ ਸੀ ਪ੍ਰਾਇਮਰੀ ਅਤੇ ਸੈਕੰਡਰੀ ਟ੍ਰੀਟਮੈਂਟ। ਪ੍ਰਾਇਮਰੀ ਦੇ ਵਿੱਚ ਕੀ ਸੀ, ਲਾਰਜਰ ਪਾਰਟੀਕਲਸ ਨੂੰ ਰਿਮੂਵ ਕੀਤਾ ਗਿਆ ਸੀ ਥਰੂ ਸੈਡੀਮੈਂਟੇਸ਼ਨ ਟੈਂਕ ਦੇ ਵਿੱਚ। ਠੀਕ ਹੈ, ਔਰ ਸੈਕੰਡਰੀ ਦੇ ਵਿੱਚ ਕੀ ਸੀ, ਸਮੋਲਰ ਪਾਰਟੀਕਲਸ ਨੂੰ ਰਿਮੂਵ ਕੀਤਾ ਗਿਆ। ਬਟ ਇਹਦੇ ਵਿੱਚ ਜਿਹੜੀ ਸੈਡੀਮੈਂਟੇਸ਼ਨ ਟੈਂਕ ਨੇ ਇਹਦੇ ਵਿੱਚ ਜਿਹੜਾ ਆ ਬਾਇਓਰੇਸ਼ਨ ਜਾਂ ਫਿਰ ਐਨਾਰੋਬਿਕ ਕੰਡੀਸ਼ਨ ਲਈ ਜਾਂਦੀ ਆ, ਜਿਹਦੇ ਵਿੱਚ ਜਿਹੜੇ ਮਾਈਕਰੋ ਆਰਗੈਨਿਜ਼ਮਸ ਦੇ ਥਰੂ ਜਿਹੜੇ ਆਰਗੈਨਿਕ ਮੈਟਰ ਕੀ ਕੀਤੇ ਜਾਂਦੇ ਆ, ਡਾਈਜੈਸਟ ਕੀਤੇ ਜਾਂਦੇ ਆ। ਔਰ ਜਿਹੜੀ ਗੈਸ ਬਾਅਦ ਵਿੱਚ ਬਚ ਗਈ ਉਹ ਗੈਸ ਜਿਹੜਾ ਯੂਜ਼ ਕੀਤਾ ਜਾਂਦਾ ਹੈ ਐਜ਼ ਆ ਬਾਇਓਗੈਸ ਵਗੈਰਾ ਦੇ ਵਿੱਚ। ਠੀਕ ਆ, ਮੈਨੂਰਸ ਵਗੈਰਾ ਦੇ ਵਿੱਚ ਜਿਹੜੇ ਗੈਸ ਬਚ ਗਏ। ਠੀਕ ਹੈ, ਔਰ ਇਹਦੇ ਵਿੱਚ ਐਨਾਰੋਬਿਕ ਸਲਜ ਡਾਈਜੈਸਟ ਹੁੰਦਾ ਆ। ਇਹਦੇ ਵਿੱਚ ਜਿਹੜੇ ਮਾਈਕਰੋ ਆਰਗੈਨਿਜ਼ਮਸ ਪ੍ਰੈਜ਼ੈਂਟ ਹੁੰਦੇ ਇਹ ਕੀ ਕਰਦੇ ਆ, ਆਰਗੈਨਿਕ ਮੈਟਰਸ ਨੂੰ ਡਾਈਜੈਸਟ ਕਰ ਲੈਂਦੇ ਆ। ਠੀਕ ਹੈ ਜੀ, ਸੋ ਇਹ ਸੀ ਪ੍ਰਾਇਮਰੀ ਤੇ ਸੈਕੰਡਰੀ ਟ੍ਰੀਟਮੈਂਟ। ਪ੍ਰਾਇਮਰੀ ਜਿਹੜਾ ਇੱਕ ਮਕੈਨੀਕਲ ਪ੍ਰੋਸੈਸ ਸੀ ਔਰ ਸੈਕੰਡਰੀ ਕੀ ਹੈ, ਇੱਕ ਬਾਇਓਲੋਜੀਕਲ ਪ੍ਰੋਸੈਸ ਹੈ। ਇਹਦੇ ਵਿੱਚ ਸਾਰਾ ਪ੍ਰੋਸੈਸ ਜਿਹੜਾ ਹੈ ਬਾਇਓਲੋਜੀਕਲੀ ਹੁੰਦਾ ਹੈ, ਮਤਲਬ ਵਿਦ ਦ ਹੈਲਪ ਆਫ ਮਾਈਕਰੋਬਸ ਹੁੰਦਾ ਹੈ। ਠੀਕ ਆ, ਮਾਈਕਰੋਬਸ ਹੀ ਡਾਈਜੈਸਟ ਕਰਦੇ ਆ ਆਰਗੈਨਿਕ ਮੈਟਰਸ ਨੂੰ, ਤੇ ਜਿਹੜੀ ਗੈਸਸ ਵਗੈਰਾ ਬਚ ਗਏ ਉਹ ਯੂਜ਼ ਕੀਤਾ ਜਾਂਦਾ ਹੈ ਇਹਦੇ ਬਾਇਓਗੈਸ ਦੇ ਵਿੱਚ। ਬਟ ਪ੍ਰਾਇਮਰੀ ਦੇ ਵਿੱਚ ਕੀ ਸੀਗਾ, ਕੋਈ ਬਾਇਓਲੋਜੀਕਲ ਪ੍ਰੋਸੈਸ ਨਹੀਂ ਸੀ, ਇੱਕ ਮਕੈਨੀਕਲ ਪ੍ਰੋਸੈਸ ਸੀ। ਇਹਦੇ ਵਿੱਚ ਜਿਹੜੇ ਆ ਲਾਰਜਰ ਪਾਰਟੀਕਲਸ ਜਿਹੜੇ ਆ ਰਿਮੂਵ ਕੀਤੇ ਗਏ। ਠੀਕ ਹੈ ਜੀ।